ਕਿਰਤ ਦਾ ਸਤਿਕਾਰ ਇਕਾਂਗੀ ਪੜ੍ਹਨ ਤੋਂ ਪਹਿਲਾਂ ਇਸ ਪਾਠ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ ਸਮਝਾਂਗੇ। ਕਤਾਰ ਦਾ ਅਰਥ ਹੈ ਪੰਕਤੀ, ਖੱਟੀਆਂ, ਕਮਾਈਆਂ, ਕਾਇਲ, ਮੰਨਣ ਵਾਲੇ, ਜਾਨ ਮਾਰਨੀ, ਮਿਹਨਤ ਕਰਨੀ, ਆਹਰੇ, ਕੰਮ ਧੰਦੇ, ਭਾਅ, ਕੀਮਤ ਜਾਂ ਮੁੱਲ, ਖੀਸੇ, ਜੇਬ, ਕੁੰਡਾ, ਨੁਕਸਾਨ, ਦੁਆਨੀ, ਦੋ ਆਨੇ। ਇਸ ਪਾਠ ਵਿੱਚ ਆਨੇ ਅਤੇ ਦੁਆਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇਹ ਦੱਸਣਾ ਚਾਹਾਂਗੀ ਕਿ 1957 ਤੋਂ ਪਹਿਲਾਂ 1 ਰੁਪਏ ਵਿੱਚ 16 ਆਨੇ ਮੁਦਰਾ ਵਿੱਚ ਚੱਲਦੇ ਸਨ, ਪਰ 1957 ਤੋਂ ਬਾਅਦ ਇਹ ਬੰਦ ਕਰ ਦਿੱਤੇ ਗਏ ਤੇ ਇਹਨਾਂ ਦੀ ਥਾਂ ਪੈਸਿਆਂ ਨੇ ਲੈ ਲਈ। 1 ਰੁਪਏ ਵਿੱਚ 100 ਪੈਸੇ ਹੁੰਦੇ ਹਨ, ਪਰ ਪੁਰਾਣੇ ਸਮੇਂ ਦੇ ਵਿੱਚ 1 ਰੁਪਏ ਦੇ ਵਿੱਚ 16 ਆਨੇ ਹੁੰਦੇ ਸਨ। ਸੋ 1 ਆਨਾ 6.25 ਪੈਸੇ ਦਾ ਸੀ ਤੇ ਦੁਆਨੀ ਜਾਂ ਦੋ ਆਨੇ 12.5 ਪੈਸੇ ਦੇ ਸਨ। ਇਸੇ ਤਰ੍ਹਾਂ ਹੀ ਧੇਲੀ ਜਾਂ ਅਠਿਆਨੀ 50 ਪੈਸੇ ਦੇ ਬਰਾਬਰ ਹਨ। ਇਕਾਂਗੀ ਕਿਰਤ ਦਾ ਸਤਿਕਾਰ। ਇਕਾਂਗੀਕਾਰ ਡਾਕਟਰ ਹਰਚੰਦ ਸਿੰਘ ਨੇ ਆਪਣੀ ਇਕਾਂਗੀ ਕਿਰਤ ਦਾ ਸਤਿਕਾਰ ਵਿੱਚ ਸੰਨ 1955 ਦੇ ਦੌਰਾਨ ਦਿੱਲੀ ਦੀ ਇੱਕ ਬਸਤੀ ਦੇ ਬੱਸ ਸਟਾਪ ਦਾ ਵਰਣਨ ਕੀਤਾ ਹੈ। ਉਸ ਬੱਸ ਅੱਡੇ ਉੱਪਰ 3 ਬੰਦੇ ਤੇ 1 ਇਸਤਰੀ ਬੱਸ ਦੀ ਉਡੀਕ ਵਿੱਚ ਖੜੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਮੋਟਾ ਭਾਰਾ ਸੇਠ ਹੈ ਜਿਸ ਨੇ ਚਿੱਟੀ ਟੋਪੀ ਤੇ ਖੱਦਰ ਦੇ ਕੱਪੜੇ ਪਾਏ ਹੋਏ ਹਨ। ਵੇਖਣ ਨੂੰ ਭਾਵੇਂ ਸੇਠ ਬੜਾ ਦੇਸ਼ ਭਗਤ ਲੱਗਦਾ ਹੈ, ਪਰ ਅਸਲ ਵਿੱਚ ਸੋਨੇ ਚਾਂਦੀ ਦਾ ਵਪਾਰ ਕਰਦਾ ਹੈ। ਸੇਠ ਕੁਝ ਕਾਹਲੀ ਵਿੱਚ ਤੇ ਘਬਰਾਹਟ ਵਿੱਚ ਹੈ। ਉਸ ਦੇ ਨਾਲ ਹੀ ਉਸ ਦਾ ਮੁਨਸ਼ੀ ਚੁੰਨੀ ਲਾਲ ਵੀ ਖੜਾ ਹੈ। ਕਤਾਰ ਦੇ ਵਿੱਚ ਤੀਸਰਾ ਬੰਦਾ ਕੇਸਰ ਹੈ, ਜੋ ਗੱਲਾਂ ਬਾਤਾਂ ਤੋਂ ਤਾਂ ਮਜ਼ਾਕੀਆ ਤੇ ਖੁੱਲੇ ਸੁਭਾਅ ਦਾ ਲੱਗਦਾ ਹੈ। ਚੌਥੀ ਆਧੁਨਿਕ ਰੰਗ ਢੰਗ ਦੀ ਮੱਧ ਵਰਗੀ ਸੋਚ ਦੀ ਧਾਰਨੀ ਇਸਤਰੀ ਹੈ, ਜੋ ਹਾਸੇ ਮਖੌਲ ਨੂੰ ਬਹੁਤਾ ਬੁਰਾ ਨਹੀਂ ਸਮਝਦੀ। ਬੱਸ ਸਟਾਪ ਤੇ ਇਹ ਪਾਤਰ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਹਨ। ਇੱਥੇ ਹੀ ਇੱਕ ਬੂਟ ਪਾਲਿਸ਼ ਕਰਨ ਵਾਲਾ ਲੜਕਾ ਆਉਂਦਾ ਹੈ, ਜਿਸ ਦੇ ਆਲੇ ਦੁਆਲੇ ਇਹ ਸਾਰੀ ਇਕਾਂਗੀ ਆਪਣੇ ਸਿਖਰ ਵੱਲ ਨੂੰ ਵੱਧਦਾ ਹੈ। ਸਾਰੇ 13 ਨੰਬਰ ਬੱਸ ਦੀ ਉਡੀਕ ਕਰ ਰਹੇ ਹਨ ਤਾਂ ਸੇਠ ਸਵਾਰੀਆਂ ਨੂੰ ਕਹਿੰਦਾ ਹੈ, ਜਨਾਬ ਅਸੀਂ ਤਾਂ ਤੁਹਾਡੇ ਨਾਲੋਂ ਵੀ ਕਾਹਲੇ ਹਾਂ, ਸਾਡਾ ਤਾਂ ਹਜ਼ਾਰਾਂ ਦਾ ਨੁਕਸਾਨ ਹੋ ਰਿਹਾ। ਤਾਂ ਕੇਸਰ ਸੇਠ ਨੂੰ ਕਹਿੰਦਾ ਹੈ, ਸੇਠ ਸਾਹਿਬ ਜੇ ਤੁਹਾਨੂੰ ਬਹੁਤ ਕਾਹਲੀ ਹੈ ਤਾਂ ਟੈਕਸੀ ਕਿਉਂ ਨਹੀਂ ਕਰ ਲੈਂਦੇ? ਤੁਹਾਡਾ ਤਾਂ ਅਸੂਲ ਹੈ ਕਿ ਚਮੜੀ ਜਾਏ ਪਰ ਦਮੜੀ ਨਾ ਜਾਏ। ਤਾਂ ਸੇਠ ਕੇਸਰ ਨੂੰ ਕਹਿੰਦਾ ਹੈ, ਤੁਹਾਨੂੰ ਬੜੀਆਂ ਗੱਲਾਂ ਸੁਝਦੀਆਂ ਨੇ, ਕੋਈ ਕੰਮ ਨਹੀਂ ਜੇ ਨਾ ਹੋਣਾ। ਜੇ ਅਸੀਂ ਰੋਜ਼ ਟੈਕਸੀਆਂ ਤੇ ਚੜ੍ਹੀਏ ਤਾਂ ਫਿਰ ਖੱਟੀਆਂ ਕਿਵੇਂ ਖੱਟੀਏ? ਤਦ ਕੇਸਰ ਇਸਤਰੀ ਨੂੰ ਵੇਖ ਕੇ ਕਹਿੰਦਾ, ਜਿੱਥੇ ਇਸਤਰੀ ਹੋਵੇ ਉੱਥੇ ਆਪਣੇ ਆਪ ਹੀ ਘਰ ਵਰਗਾ ਮਾਹੌਲ ਬਣ ਜਾਂਦਾ। ਇੰਨੇ ਵਿੱਚ ਇੱਕ ਬੂਟ ਪਾਲਿਸ਼ ਕਰਨ ਵਾਲਾ ਲੜਕਾ ਆਉਂਦਾ ਹੈ ਤੇ ਉਹ ਇਸਤਰੀ ਨੂੰ ਸੈਂਡਲ ਪਾਲਿਸ਼ ਕਰਵਾਉਣ ਦੇ ਲਈ ਕਹਿੰਦਾ ਹੈ। ਇਸਤਰੀ ਮੁੰਡੇ ਤੋਂ ਸੈਂਡਲ ਪਾਲਿਸ਼ ਕਰਵਾਉਂਦੀ ਹੈ ਤੇ ਉਸ ਨੂੰ ਸਵਾਲ ਪੁੱਛਦੀ ਹੈ ਕਿ ਉਹ ਕਿੰਨਾ ਕੁ ਕਮਾ ਲੈਂਦਾ ਹੈ। ਤਾਂ ਲੜਕਾ ਕਹਿੰਦਾ ਹੈ, ਜੀ ਇਹੋ ਰੁਪਈਆ ਧੇਲੀ, ਮੈਂ ਬਹੁਤਾ ਲਾਲਚ ਨਹੀਂ ਕਰਦਾ ਜੀ, ਬਸ ਫੀਸ ਤੇ ਕਿਤਾਬਾਂ ਜੋਗੇ ਪੈਸੇ ਕਮਾ ਲੈਂਦਾ ਹਾਂ, ਰੋਟੀ ਜੋਗੇ ਮਾਂ ਕੱਪੜੇ ਸਿਉਂ ਕੇ ਕਮਾ ਲੈਂਦੀ ਹੈ। ਇਸਤਰੀ ਉਸਨੂੰ ਉਸਦੇ ਪਿਤਾ ਜੀ ਬਾਰੇ ਪੁੱਛਦੀ ਹੈ ਤਾਂ ਲੜਕਾ ਦੱਸਦਾ ਹੈ ਕਿ ਪਾਕਿਸਤਾਨ ਦੇ ਸਮੇਂ ਕਤਲ ਹੋ ਗਿਆ ਸੀ। ਇਸਤਰੀ ਉਸਨੂੰ ਉਸਦੀ ਜਮਾਤ ਬਾਰੇ ਪੁੱਛਦੀ ਹੈ ਤਾਂ ਲੜਕਾ ਦੱਸਦਾ ਹੈ ਕਿ ਉਹ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਕੇਸਰ ਤੇ ਇਸਤਰੀ ਲੜਕੇ ਦੀ ਤਾਰੀਫ ਕਰਦੇ ਹਨ ਤਾਂ ਲੜਕਾ ਕਹਿੰਦਾ ਹੈ ਕਿ ਜੀ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਵਿਦਿਆਰਥੀ ਆਪ ਕਮਾ ਕੇ ਪੜ੍ਹਦੇ ਨੇ, ਬੀਬੀ ਜੀ ਸਾਡੇ ਦੇਸ਼ ਦੇ ਵਿੱਚ ਅਜੇ ਕੰਮ ਦਾ ਸਤਿਕਾਰ ਨਹੀਂ। ਫਿਰ ਇਸਤਰੀ ਉਸਨੂੰ ਸੈਂਡਲ ਪਾਲਿਸ਼ ਕਰਨ ਦੀ ਮਜ਼ਦੂਰੀ ਵਜੋਂ ਦੁਆਨੀ ਦਿੰਦੀ ਹੈ ਤੇ ਕੇਸਰ ਵੀ ਆਪਣੇ ਬੂਟ ਉਸ ਤੋਂ ਪਾਲਿਸ਼ ਕਰਵਾ ਕੇ ਉਸਨੂੰ ਦੁਆਨੀ ਦਿੰਦਾ ਹੈ। ਇਸ ਮਗਰੋਂ ਲੜਕਾ ਸੇਠ ਨੂੰ ਆਪਣੇ ਬੂਟ ਪਾਲਿਸ਼ ਕਰਵਾਉਣ ਲਈ ਕਹਿੰਦਾ ਹੈ, ਪਰ ਸੇਠ ਕਹਿੰਦਾ ਹੈ ਕਿ ਉਸਨੇ ਦੁਆਨੀ ਮੰਗ ਕੇ ਭਾਅ ਬਹੁਤ ਵਧਾ ਦਿੱਤਾ ਹੈ ਤੇ ਬੂਟ ਪਾਲਿਸ਼ ਕਰਨ ਤੋਂ ਇਨਕਾਰ ਕਰਦਾ ਹੈ। ਇੰਨੇ ਨੂੰ ਅਖਬਾਰ ਵਾਲਾ ਆਉਂਦਾ ਹੈ ਤੇ ਅਖਬਾਰ ਪੜ੍ਹ ਕੇ ਸੇਠ ਨੂੰ ਪਤਾ ਲੱਗਦਾ ਹੈ ਕਿ ਸੋਨੇ ਚਾਂਦੀ ਦੇ ਭਾਅ ਡਿੱਗ ਗਏ ਹਨ। ਤਾਂ ਉਹ ਆਪਣੇ ਮੁਨਸ਼ੀ ਚੁੰਨੀ ਲਾਲ ਦੇ ਅੱਗੇ ਨਿਰਾਸ਼ਾ ਜ਼ਾਹਿਰ ਕਰਦਾ ਹੈ ਤੇ ਕਹਿੰਦਾ ਹੈ ਕਿ ਸੋਨੇ ਚਾਂਦੀ ਦੇ ਭਾਅ ਡਿੱਗਣ ਦੇ ਨਾਲ ਉਸਦਾ ਬੜਾ ਨੁਕਸਾਨ ਹੋ ਗਿਆ ਹੈ। ਤਾਂ ਕੇਸਰ ਕਹਿੰਦਾ, ਸੇਠ ਜੀ ਤੁਸੀਂ ਬੂਟ ਪਾਲਿਸ਼ ਦੇ ਭਾਅ ਡੇਗ ਦਿੱਤੇ
ਤੇ ਉਧਰੋਂ ਸੋਨੇ ਚਾਂਦੀ ਦੇ ਭਾਅ ਡਿੱਗ ਗਏ। ਫਿਰ ਇੱਕ ਮਾਈ ਪੈਸੇ ਮੰਗਦੀ ਹੈ ਕਿ ਉਸਦੇ ਬੱਚੇ 2 ਦਿਨ ਤੋਂ ਭੁੱਖੇ ਨੇ, ਜਿਸ ਨੂੰ ਇਸਤਰੀ ਤੇ ਕੇਸਰ ਤਾਂ ਪੈਸੇ ਦਿੰਦੇ ਹੀ ਹਨ। ਬੂਟ ਪਾਲਿਸ਼ ਕਰਨ ਵਾਲਾ ਲੜਕਾ ਵੀ 1 ਆਨਾ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਗਰੀਬ ਹੀ ਗਰੀਬ ਦੀ ਮਦਦ ਕਰਦਾ ਹੈ, ਪਰ ਸੇਠ ਮੰਗਤੀ ਨੂੰ ਖਹਿੜਾ ਛੱਡਣ ਲਈ ਕਹਿੰਦਾ ਹੈ ਤੇ ਪੈਸੇ ਨਹੀਂ ਦਿੰਦਾ। ਇੰਨੇ ਵਿੱਚ ਇੱਕ ਬੱਸ ਆਉਂਦੀ ਹੈ। ਸਾਰੇ ਉਸ ਵੱਲ ਤੱਕਦੇ ਹਨ, ਪਰ ਉਹ 13 ਨੰਬਰ ਦੀ ਨਹੀਂ 27 ਨੰਬਰ ਦੀ ਸੀ। ਕੇਸਰ ਸੇਠ ਨੂੰ ਬੂਟ ਪਾਲਿਸ਼ ਕਰਵਾ ਕੇ ਸਮਾਂ ਬਿਤਾਉਣ ਦੀ ਸਲਾਹ ਦਿੰਦਾ ਹੈ। ਸੇਠ ਬੂਟ ਪਾਲਿਸ਼ ਕਰਵਾ ਕੇ ਲੜਕੇ ਨੂੰ ਕੇਵਲ 1 ਆਨਾ ਦਿੰਦਾ ਹੈ। ਤਾਂ ਲੜਕਾ ਕਹਿੰਦਾ ਹੈ ਕਿ ਉਹ ਖਰਾਇਤ ਨਹੀਂ ਮੰਗ ਰਿਹਾ, ਮਿਹਨਤ ਮਜ਼ਦੂਰੀ ਕੀਤੀ ਹੈ, ਆਪਣਾ ਹੱਕ ਮੰਗ ਰਿਹਾ ਹਾਂ। ਸੇਠ ਉਸ ਨੂੰ ਪੈਰ ਦੇ ਨਾਲ ਠੁੱਡਾ ਮਾਰਦਾ ਹੈ ਤੇ ਲੜਕਾ ਰੋਣ ਲੱਗ ਜਾਂਦਾ ਹੈ। ਇੰਨੇ ਵਿੱਚ ਸਕੂਲ ਦੇ ਮਾਸਟਰ ਜੀ ਆਉਂਦੇ ਨੇ ਤੇ ਉਹ ਕਿਸ਼ਨ ਨੂੰ ਪੁੱਛਦੇ ਨੇ, ਕਿਸ਼ਨ ਰੋਂਦਾ ਕਿਉਂ ਏ, ਕੀ ਗੱਲ ਏ? ਕਿਸ਼ਨ ਸੇਠ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇਹਨਾਂ ਨੇ ਮੈਨੂੰ ਹੱਕ ਮੰਗਣ ਤੇ ਮਾਰਿਆ ਹੈ। ਮਾਸਟਰ ਜੀ ਕਹਿੰਦੇ ਨੇ ਕਿ ਇਹ ਮੇਰੇ ਸਕੂਲ ਦਾ ਹੋਣਹਾਰ ਲੜਕਾ ਹੈ ਤੇ ਸੇਠ ਜੀ ਨੂੰ ਇਸ ਨੂੰ ਮਾਰਨ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਮਾਸਟਰ ਜੀ ਸੇਠ ਨੂੰ ਥਾਣੇ ਚੱਲਣ ਦੇ ਲਈ ਕਹਿੰਦੇ ਨੇ ਤਾਂ ਕਿ ਥਾਣੇ ਦੇ ਵਿੱਚ ਇਹ ਫੈਸਲਾ ਕੀਤਾ ਜਾ ਸਕੇ, ਪਰ ਸੇਠ ਡਰ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਤਾਂ ਬਾਪ ਦਾਦੇ ਨੇ ਵੀ ਕਦੇ ਥਾਣੇ ਦੀ ਸ਼ਕਲ ਨਹੀਂ ਦੇਖੀ, ਕਿਉਂ ਨਾ ਇੱਥੇ ਹੀ ਫੈਸਲਾ ਕਰ ਲਿਆ ਜਾਵੇ। ਸੇਠ ਮਾਸਟਰ ਜੀ ਤੋਂ ਮਾਫੀਆਂ ਮੰਗਦਾ ਹੈ ਤੇ ਕਹਿੰਦਾ ਹੈ ਕਿ ਉਹ ਲੜਕੇ ਦੀ ਹਰ ਮਦਦ ਕਰਨ ਦੇ ਲਈ ਤਿਆਰ ਹੈ। ਕੇਸਰ, ਇਸਤਰੀ ਤੇ ਮਾਸਟਰ ਜੀ ਇਹ ਫੈਸਲਾ ਕਰਦੇ ਹਨ ਕਿ ਸੇਠ ਕਿਸ਼ਨ ਭਾਵ ਬੂਟ ਪਾਲਿਸ਼ ਕਰਨ ਵਾਲੇ ਲੜਕੇ ਦੀ 1 ਸਾਲ ਦੀ ਫੀਸ ਦੇਵੇਗਾ। ਤਾਂ ਸੇਠ ਕਹਿੰਦਾ ਹੈ ਕੁਝ ਤਾਂ ਰਿਆਇਤ ਕਰੋ, ਚਲੋ ਅੱਧੋ ਅੱਧ ਸਹੀ। ਇੰਨੇ ਵਿੱਚ ਮਾਸਟਰ ਜੀ ਦੇ ਨਾਲ ਖੜਾ ਇੱਕ ਵਿਦਿਆਰਥੀ ਉਹਨਾਂ ਨੂੰ ਦੱਸਦਾ ਹੈ ਕਿ ਇੱਕ ਸਿਪਾਹੀ ਇੱਧਰ ਹੀ ਆ ਰਿਹਾ ਹੈ। ਤਾਂ ਸੇਠ ਹੋਰ ਡਰ ਜਾਂਦਾ ਹੈ। ਸੇਠ ਘਬਰਾ ਕੇ ਮਾਸਟਰ ਜੀ ਨੂੰ 100 ਰੁਪਏ ਦੇ ਦਿੰਦਾ ਹੈ ਤੇ ਮਾਸਟਰ ਜੀ ਕਿਸ਼ਨ ਨੂੰ 100 ਰੁਪਏ ਫੜਾ ਦਿੰਦੇ ਨੇ ਤੇ ਕਹਿੰਦੇ ਨੇ ਚੱਲ ਬਈ ਕਿਸ਼ਨ, ਤੈਨੂੰ ਖੜਾ ਲਿਆਈਏ। ਸੇਠ ਨਿਰਾਸ਼ ਹੋ ਜਾਂਦਾ ਹੈ, ਪਹਿਲਾਂ ਸੋਨੇ ਚਾਂਦੀ ਦੇ ਭਾਅ ਡਿੱਗ ਗਏ ਤੇ ਹੁਣ ਆਹ ਕੁੰਡਾ ਹੋ ਗਿਆ। ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਦੱਸਿਆ ਹੈ ਕਿ ਮਿਹਨਤ ਕਰਨ ਵਾਲੇ ਲੜਕੇ ਨੂੰ ਉਸਦੀ ਮਿਹਨਤ ਦਾ ਫਲ ਨਹੀਂ ਦਿੱਤਾ ਜਾਂਦਾ। ਸੇਠ ਮਿਹਨਤ ਕਰਨ ਵਾਲੇ ਲੜਕੇ ਭਾਵ ਕਿਰਤ ਦਾ ਸਤਿਕਾਰ ਨਹੀਂ ਕਰਦਾ, ਪਰ ਜਦੋਂ ਸਾਰੇ ਲੜਕੇ ਦਾ ਸਾਥ ਦਿੰਦੇ ਹਨ ਤਾਂ ਸੇਠ ਨੂੰ ਝੁਕਣਾ ਪੈਂਦਾ ਹੈ ਤੇ ਲੜਕੇ ਦੀ ਮਦਦ ਕਰਨੀ ਪੈਂਦੀ ਹੈ। ਇਸ ਤਰ੍ਹਾਂ ਸਾਡੇ ਸਮਾਜ ਦੇ ਲਈ ਇਹ ਸਿੱਖਿਆ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਿਹਨਤ ਕਰਨ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਹੈ। ਧੰਨਵਾਦ।